सहज सुपहाय। दर्शन परसय गुरु कै जन्म मरण दुख जाय। होवै सिफत खसमदि नूर अर सह कर सह चटिया। तुद डिठे सच्चे पातशाह मल जन्म जन्म दे कटिया। सज्जन सच्चा पातशाह सिर साहांद साहो। जिस पास बैठया सोहिया सबना दा विसाहो। सतनाम श्री वाहेगुरु साहिब जियो। जैत सरी महला पंजवा। वार सलोका नाल एक ओंकार। सतगुर प्रसाद। सलोक आद पूरन मद पूरन अंत पूरन परमेश्वर है। सिमरंत संत सर्वत्र रमणं। नानक अगुनासन जगदीश्वर है। आद पूरन मद पूरन अंत पूरन परमेश्वर है। सिमरंत संत सर्वत्र रमणं। नानक अगनासन जगदीश्वर है। देखन सुनन सुनावनो मन मह दृढ़ साच। पूर रहे ओ सर्वत्र मैं। नानक हार रंग राच। पौड़ी हर एक निरंजन गाइया सब अंतर सोई। करण कारण समरथ प्रभ जो करे सो होई। खिन मह थाप उथापदा तिस बिन नहीं कोई। खंड ब्रह्मांड पाताल दीप रविया सब लोई। जिस आप बुझाए सो बुझसी। निर्मल जन सोई। खंड ब्रह्मांड पाताल दीप रविया सब लोई। जिस आप बुझाए सो बुझसी। निर्मल जन सोई। वाहिगुरु जी का खालसा वाहिगुरु जी की फतेह। परम सन्मान योग सत्कार योग गुरु की साजी और नवाजी हुई। गुरु स्वरूप गुरु खालसा साध संगत जीओ वड्डियां भागां वाले हो। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ
ਆਪਣੇ ਜੀਵਨ ਦੀਆਂ ਘੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਅੰਮ੍ਰਿਤ ਵੇਲੇ ਗੁਰਦੇਵ ਜੀ ਨੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮੱਧ ਭਾਗ ਦੀ ਬਾਣੀ ਹੈ, ਜੈਤ ਸ੍ਰੀ ਦੀ ਵਾਰ। ਇੱਥੇ ਪੁਰਾਤਨ ਸਮੇਂ ਤੋਂ ਮਰਜ਼ਾਦਾ ਅਨੁਸਾਰ ਮੱਧ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਆਮ ਕਰਕੇ ਕਈਆਂ ਦੇ ਦਿਲਾਂ 'ਚ ਸੰਦੇਹ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 1430 ਅੰਗ ਹਨ, ਉਹਦੇ ਮੁਤਾਬਕ 715 ਤੇ ਮੱਧ ਲੱਗਣਾ ਚਾਹੀਦਾ, ਪਰ ਇੱਥੇ ਤਾਂ 705 ਅੰਗ ਹੈ, ਇੱਥੇ ਮੱਧ ਲੱਗ ਰਿਹਾ ਹੈ। ਖਾਲਸਾ ਜੀ ਜਦੋਂ ਪ੍ਰਿੰਟਿੰਗ ਪ੍ਰੈਸਾਂ ਹੋਂਦ ਵਿੱਚ ਆਈਆਂ, ਉਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਅੰਗ ਨੇ ਉਹ 1430 ਛਪਣੇ ਸ਼ੁਰੂ ਹੋਏ, ਪਰ ਉਸ ਤੋਂ ਪਹਿਲਾਂ ਹੱਥ ਲਿਖਤ ਗ੍ਰੰਥ ਮਹਾਰਾਜ ਜੀ ਦੀ ਪਾਵਨ ਬਾਣੀ ਹੱਥਾਂ ਨਾਲ ਲਿਖੀ ਜਾਂਦੀ ਸੀ। ਹੱਥ ਲਿਖਤ ਤੋਂ ਬਾਅਦ ਪੱਥਰ ਦਾ ਛਾਪਾ ਆਇਆ ਸੀ। ਜਿਹੜੇ ਹੱਥ ਲਿਖਤ ਸਰੂਪ ਹੁੰਦੇ ਸਨ, ਉਹਨਾਂ ਦੇ ਅੰਗਾਂ ਦੀ ਗਿਣਤੀ 1430 ਨਹੀਂ ਸੀ ਹੁੰਦੀ। ਕਈ ਸਰੂਪਾਂ ਦੀ ਗਿਣਤੀ 1600 ਅੰਗ ਵੀ ਸਨ, ਕਈਆਂ ਦੇ 1200 ਅੰਗ ਵੀ ਸਨ, ਕਿਉਂਕਿ ਹੱਥਾਂ ਨਾਲ ਲਿਖਦੇ ਸਨ। ਕੋਈ ਮੋਟੇ ਅੱਖਰਾਂ ਵਿੱਚ ਲਿਖਦਾ, ਕੋਈ ਬਰੀਕ ਅੱਖਰਾਂ ਵਿੱਚ ਲਿਖਦਾ, ਤਾਂ ਉਹਦੇ ਕਰਕੇ ਉਹਨੇ ਫਿਕਸ ਅੰਗ ਨਹੀਂ ਸਨ ਵੀ 1430 ਅੰਗ ਹੋਣਗੇ। ਜਦੋਂ ਪ੍ਰਿੰਟਿੰਗ ਪ੍ਰੈਸਾਂ ਇੱਕ ਕੰਪਿਊਟਰ ਨਾਲ ਮਹਾਰਾਜ ਜੀ ਦੇ ਸਰੂਪ ਛਪਣੇ ਸ਼ੁਰੂ ਹੋਏ, ਤਾਂ ਉਹ ਅੱਖਰ ਤੇ ਲਾਈਨਾਂ ਫਿਕਸ ਕਰਕੇ 1430 ਅੰਗ ਜਿਹੜੇ ਨੇ ਉਹ ਸਰੂਪ ਦੇ ਹੋਣ ਲੱਗ ਪਏ। ਪਰ ਜਦੋਂ ਮਹਾਂਪੁਰਸ਼ ਦੱਸਦੇ ਆ ਵੀ ਸ਼ਬਦਾਂ ਦੀ ਗਿਣਤੀ ਕਰੀਏ, ਤਾਂ ਜੈਤਸਰੀ ਦੀ ਵਾਰ ਤੋਂ ਪਹਿਲਾਂ ਤੇ ਬਾਅਦ ਵਿੱਚ ਜਿਹੜੇ ਸ਼ਬਦ ਨੇ ਉਹ ਬਿਲਕੁਲ ਇੱਥੇ ਹੀ ਆਣ ਕੇ ਮੱਧ ਲੱਗਦਾ ਹੈ ਸ਼ਬਦਾਂ ਦੇ ਮੁਤਾਬਕ। ਇਸ ਕਰਕੇ ਮੱਧ ਭਾਗ ਦੀ ਬਾਣੀ ਕਹੀ ਜਾਂਦੀ ਹੈ ਜੈਤਸਰੀ ਦੀ ਵਾਰ। ਜੈਤਸਰੀ ਦੀ ਵਾਰ ਦਾ ਅੱਜ ਪਾਵਨ ਬਚਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਡੇ ਸਾਰਿਆਂ ਤੇ ਕਿਰਪਾ ਕਰਕੇ ਸਾਨੂੰ ਬਖਸ਼ਿਆ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਗੁਰੂ ਅਰਜਨ ਦੇਵ ਸਾਹਿਬ ਜਗਤਨਾਥ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਰਸਨਾ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੈਤਸਰੀ ਮਹੱਲਾ ਪੰਜਵਾ। ਵਾਰ ਸ਼ਲੋਕਾਂ ਨਾਲ ਇੱਕ ਓੰਕਾਰ सतगुर प्रसाद। जैतसरी की वार है। पंचम पातशाह धन गुरु अर्जन देव साहिब जी महाराज ये पावन पवित्र वार उचारण कर रहे ने। सलोकां दे समेत ये वार है, क्योंकि वारां दा स्वरूप सलोकां तो बिना भी है। जिवें बसंत दी वार है, उहदे च सतगुरां ने सलोक नहीं लिखे। भाई सत्ते ते बलवंड दी रामकली की वार है, उहदे विच भी सलोक नहीं हन। चंडी दी वार है, गुरु कलगीधर श्री गुरु गोबिंद सिंह साहब जी महाराज जी दी रचना है, उहदे विच भी सतगुरां ने सलोक नहीं लिखे। पौड़ियां दे सुमेल नूं वार कहिंदे हन, पर पातशाह ने बहुतियां वारां विच सलोकां दे समेत ये वारां लिखियां हन। तो जैतसरी दी ये वार है, सलोकां दे समेत सतगुरां ने लिखी है। पंजवें पातशाह गुरु अर्जन देव साहब जी दे सलोक ने, ते पौड़ियां भी पंजवें पातशाह दियां उचारण कीतियां होईयां। आम करके वारां विच सरलेख विच जदे महला चौथा आवे तां चौथे पातशाह दियां पौड़ियां हुंदियां हन सारी वार विच, पर सलोक पहले पातशाह दे भी हैं, दूजे पातशाह दे भी ने, तीजे पातशाह दे भी ने। पौड़ियां जड़ियां हन, जे सरलेख विच महला तीजा तां महल्ले तीजे दियां होणगियां, जे महला चौथा तां महल्ले चौथे दियां होणगियां।
ਇੱਥੇ ਮਹੱਲਾ ਪੰਜਵਾਂ ਕਿਹਾ ਤੇ ਪੰਜਵੇਂ ਪਾਤਸ਼ਾਹ ਦੀਆਂ ਪੌੜੀਆਂ ਨੇ ਜੈਤਸਰੀ ਦੀ ਵਾਰ ਦੀਆਂ, ਔਰ ਇਹਦੇ ਸਾਰੇ ਸ਼ਲੋਕ ਵੀ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਨੇ। ਮੰਗਲਾਚਰਨ ਕਰਦੇ ਹਨ ਕਿ ਅਕਾਲ ਪੁਰਖ ਇੱਕ ਅਦੁੱਤੀ ਹੈ, ਜਿਸ ਵਰਗਾ ਕੋਈ ਦੂਜਾ ਨਹੀਂ। ਇੱਕ ਜਿਸ ਵਰਗਾ ਕੋਈ ਦੂਜਾ ਨਹੀਂ, ਉਹਨੂੰ ਕਿਹਾ ਇੱਕ ਅਦੁੱਤੀ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਜਿਤਨੇ ਸੰਸਾਰ ਦੇ ਜੀਵ ਨੇ ਸਭ ਨੂੰ ਪ੍ਰਕਾਸ਼ਣੇ ਵਾਲਾ ਓੰਕਾਰ ਹੈ। ਖਾਲਸਾ ਜੀ, ਓੰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਨੇ, ਪ੍ਰਣਵੋ ਆਦਿ ਏਕੰਕਾਰਾ ਜਲ ਥਲ ਮਹੀਲ ਕੀਓ ਪਸਾਰਾ, ਆਦਿ ਪੁਰਖ ਅਵਗਤ ਅਬਨਾਸੀ ਲੋਕ ਚਤੁਰਦਸ ਲੋਕ ਪ੍ਰਕਾਸ਼ੀ। ਕਲਗੀਧਰ ਸਵਾਮੀ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਪ੍ਰਣਵੋ ਸਭ ਤੋਂ ਪਹਿਲਾਂ ਅਕਾਲ ਪੁਰਖ ਪਰਮੇਸ਼ਰ ਜੀ ਨੇ ਇੱਕ ਓੰਕਾਰ ਉਚਾਰਨ ਕੀਤਾ। ਪ੍ਰਣਵੋ ਆਦਿ ਏਕੰਕਾਰਾ। ਕਲਗੀਧਰ ਜੀ ਕਹਿੰਦੇ ਅਕਾਲ ਪੁਰਖ ਜੀ ਨੇ ਸਭ ਤੋਂ ਪਹਿਲਾਂ ਏਕੰਕਾਰਾ ਦਾ ਮਤਲਬ ਇੱਕ ਓੰਕਾਰ ਉਚਾਰਨ ਕੀਤਾ। ਉਸ ਤੋਂ ਬਾਅਦ ਫਿਰ ਇਹ ਸਾਰਾ ਜਲ ਥਲ ਮਹੀਲ ਕੀਓ ਪਸਾਰਾ, ਉਸੇ ਓੰਕਾਰ ਤੋਂ ਹੀ ਇਹ ਜਲ ਥਲ ਧਰਤੀ ਆਕਾਸ਼ ਆਦਿਕ ਕੇ ਸਾਰਾ ਪਸਾਰਾ ਪਰਮੇਸ਼ਰ ਨੇ ਓੰਕਾਰ ਤੋਂ ਹੀ ਪਸਾਰਿਆ, ਓੰਕਾਰ ਤੋਂ ਹੀ ਪੈਦਾ ਕੀਤਾ ਹੈ। 14 ਲੋਕ 14 ਭਵਨ ਵੀ ਓੰਕਾਰ ਤੋਂ ਪ੍ਰਕਾਸ਼ੇ ਦੇ ਉਸੇ ਤੋਂ ਪੈਦਾ ਹੋਏ ਨੇ। ਤੋ ਓੰਕਾਰ ਦਾ ਮਤਲਬ ਹੈ ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਹੈ ਔਰ ਸਭ ਨੂੰ ਪੈਦਾ ਕਰਨ ਵਾਲਾ ਹੈ, ਬਣਾਉਣ ਵਾਲਾ ਹੈ, ਪਾਲਣੇ ਵਾਲਾ ਹੈ ਤੇ ਫਿਰ ਢਾਉਣ ਵਾਲਾ ਵੀ ਉਹੀ ਹੈ, ਪਰਲੈ ਕਰਨ ਵਾਲਾ ਵੀ ਉਹੀ ਹੈ। ਸਤਿਗੁਰ ਪ੍ਰਸਾਦ। ਪੁੱਛਿਆ ਜੀ ਜਿਹੜਾ ਐਸਾ ਬ੍ਰਹਮ ਹੈ, ਉਸ ਬ੍ਰਹਮ ਸਰੂਪ ਦੀ ਪ੍ਰਾਪਤੀ ਕਿਵੇਂ ਹੋਵੇ? ਤਾਂ ਮਹਾਰਾਜ ਜੀ ਕਹਿੰਦੇ, ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਉਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ। ਪ੍ਰਸਾਦ ਦਾ ਮਤਲਬ ਹੁੰਦਾ ਕਿਰਪਾ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਬ੍ਰਹਮ ਸਰੂਪ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਸ਼ਲੋਕ ਆਦ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸ਼ਲੋਕ ਉਚਾਰਦੇ ਹਨ ਸਤਿਗੁਰੂ ਜੀ ਕਿ ਆਦ ਪ੍ਰਥਮ, ਸਭ ਤੋਂ ਪਹਿਲਾਂ ਉਹ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੀ। ਮੱਧ ਪੂਰਨ, ਹੁਣ ਮੱਧ ਕਾਲ ਦੇ ਵਿੱਚ ਵੀ ਉਹੀ ਪ੍ਰਪੂਰਨ ਹੈ। ਅੰਤ ਪੂਰਨ ਪਰਮੇਸ਼ਰ ਹੈ। ਜਦੋਂ ਇਹ ਸਭ ਕੁਝ ਸਿਮਟ ਜਾਏਗਾ, ਸੰਸਾਰ ਸਮਾਪਤ ਹੋ ਜਾਏਗਾ, ਉਹ ਪਰਮੇਸ਼ਰ ਉਦੋਂ ਵੀ ਪੂਰਨ ਰਹੇਗਾ। ਆਮ ਕਰਕੇ ਸੰਸਾਰ ਵਿੱਚ ਜੋ ਪਹਿਲਾਂ ਹੁੰਦਾ ਹੈ ਉਹ ਬਾਅਦ ਵਿੱਚ ਨਹੀਂ ਰਹਿੰਦਾ। ਜਨਮ ਸਮੇਂ ਜਿਹੋ ਜਿਹੇ ਸਾਡੇ ਸਰੀਰ ਦੀ ਪ੍ਰਕਿਰਿਆ ਸੀ ਉਹ ਹੁਣ ਨਹੀਂ ਹੈ। ਅੱਜ ਤੋਂ ਕੁਝ ਸਾਲਾਂ ਬਾਅਦ ਉਦਾਂ ਦੀ ਨਹੀਂ ਰਹੇਗੀ। ਇਹ ਬਦਲਦਾ ਨਾ। ਜਨਮ ਤੋਂ ਲੈ ਕੇ ਜਿਸ ਉਮਰ ਦੇ ਪੜਾਅ ਤੱਕ ਹੁਣ ਅਸੀਂ ਪਹੁੰਚੇ ਹਾਂ, ਕਿੰਨੀ ਵੇਰੀ ਕਿੰਨਾ ਕੁਝ ਬਦਲਿਆ ਸਰੂਪ। ਸਰੀਰ ਬਦਲਿਆ ਹੈ, ਰੂਪ ਰੰਗ ਬਦਲਿਆ ਹੈ। ਬਦਲਦਾ ਨਾ। ਜਿਹੜੀ ਚੀਜ਼ ਬਦਲਦੀ ਹੈ ਉਹ ਬਿਨਸਦੀ ਹੈ। ਇਹ ਨਿਯਮ ਹੈ। ਜਿਹੜੀ ਚੀਜ਼ ਬਦਲੇਗੀ ਉਹ ਬਿਨਸੇਗੀ। ਸਰੀਰ ਸਾਡੇ ਬਦਲਦੇ ਨੇ, ਬਿਨਸਦੇ ਨੇ। ਆਹ ਦਰਖਤ, ਆ ਵਾਤਾਵਰਨ, ਧਰਤੀ, ਇਹ ਵੀ ਬਦਲ ਰਹੀ ਹੈ ਨਾ। ਪੌਣ ਪਾਣੀ ਸਭ ਬਦਲ ਰਿਹਾ ਹੈ। ਜੋ ਜੋ ਬਦਲੇਗਾ, ਤਬਦੀਲ ਹੋਵੇਗਾ, ਉਹ ਬਿਨਸੇਗਾ, ਉਹ ਸਮਾਪਤ ਹੋਵੇਗਾ। ਪਰਮਾਤਮਾ ਬਦਲਦਾ ਨਹੀਂ ਹੈ। ਉਹ ਜਿਵੇਂ ਪਹਿਲਾਂ ਪੂਰਨ ਸੀ ਹੁਣ ਵੀ ਉਸੇ ਤਰ੍ਹਾਂ ਪੂਰਨ ਹੈ ਤੇ ਬਾਅਦ ਚ ਵੀ ਉਸੇ ਤਰ੍ਹਾਂ ਪੂਰਨ ਰਹੇਗਾ। ਉਹ ਕਦੇ ਤਬਦੀਲ ਨਹੀਂ ਹੁੰਦਾ। ਉਹਦੇ ਚ ਵਿਵਰਤਵਾਦ ਨਹੀਂ। ਜਿਹਨੂੰ ਆਪਾਂ ਵਿਵਰਤਵਾਦ ਕਹਿੰਦੇ ਨੇ, ਵੀ ਤਬਦੀਲ ਹੋਣਾ, ਬਦਲਣਾ। ਕੁਦਰਤ ਦਾ ਨਿਯਮ ਹੈ, ਤਬਦੀਲੀ ਇਹਦੇ ਚ ਆਉਂਦੀ ਰਹਿੰਦੀ ਹੈ। ਪਰ ਕੁਦਰਤ ਨੂੰ ਬਣਾਉਣ ਵਾਲੇ ਪਰਮੇਸ਼ਰ ਚ ਕੋਈ ਤਬਦੀਲੀ ਨਹੀਂ। ਉਹ ਜੁਗਾਂ ਪਹਿਲਾਂ ਵੀ ਦਿਆਲੂ ਸੀ, ਅੱਜ ਵੀ ਦਿਆਲੂ ਹੈ ਤੇ ਜੁਗਾਂ ਤੋਂ ਬਾਅਦ ਵੀ ਦਿਆਲੂ ਰਹੇਗਾ। ਸਾਡੇ ਤਾਂ ਸੁਭਾਅ ਇੱਕੋ ਜਿਹੇ ਨਹੀਂ ਰਹਿੰਦੇ। ਸੁਬਾਹ ਅੰਮ੍ਰਿਤ ਵੇਲੇ ਉੱਠਦੇ ਆ ਕੁਝ ਹੋਰ ਬਿਰਤੀ ਹੁੰਦੀ, ਝੱਟ ਬਾਅਦ ਹੋਰ
दिन चढ़िया होर, दोपहर नूं होर, शाम नूं होर, रात नूं सवण वेले होर, सारा दिन साडा तां सुभाव ही तब्दील हुंदा रहिंदा। पार ब्रह्म परमेश्वर का सुभाव भी तब्दील नहीं हुंदा। जुगां पहला जितना रहम दा मालक सी, जितनी दया उहदे अंदर सी, अज भी उतनी है ते जुगां बाद भी उतनी ही रहेगी। ऐसा नहीं कि पहला वो दया करदा हुंदा सी हुण नहीं करदा, जां अज दया करेगा कल नूं नहीं करेगा। उहदी दया दा मींह सदा ही बरसदा रहिंदा, उहदा सुभाव सदा ही एक रस है। इस करके महाराज जी ने तिन्ना कालां विच उस नूं पूर्ण लिखिया। श्री गुरु ग्रंथ साहब जी दे पावन स्वरूप दे दर्शन करिए तां श्री गुरु ग्रंथ साहब जी दे प्रथम प्रारंभ विच आद पूरण, आद दा मतलब पहला प्रारंभ विच पूर्ण परमेश्वर दी गल कही है। एक ओंकार इत्थों शुरू हुंदा ना महाराज जी दा स्वरूप। ते जिथे मध लग रहा है श्री गुरु ग्रंथ साहब जी की जैतसरी दी वार ते आके, इत्थे मध पूर्ण दे विच भी महाराज जी ने लिखिया एक ओंकार सतगुरु प्रसाद। अंत पूर्ण परमेश्वर है। ते जिथे गुरु ग्रंथ साहब जी की समाप्ति हुंदी रागमाला पढ़ो, उत्थे भी रागमाला दे प्रथम विच महाराज जी कहंदे एक ओंकार सतगुरु प्रसाद। आद विच भी पूर्ण परमेश्वर की वडियाई है, मध विच भी पूर्ण परमेश्वर की वडियाई है, और अंत विच भी पूर्ण पार ब्रह्म परमेश्वर की वडियाई। अकाल पुरख की गल कही है। दुनिया दीयां पुस्तकां लिखियां जांदियां, दुनिया दे ग्रंथ लिखे जाते ने, उन्हां दे प्रारंभ विच भावें कुछ होर होवे, विचकार कुछ होर होवेगा, समाप्ति किसी होर टोपक ते होवेगी। श्री गुरु ग्रंथ साहब जी का प्रारंभ भी पूर्ण परमेश्वर की गल करदिआं हुंदा है, मध भी और संपूर्णताई भी अकाल पुरख परमेश्वर की गल करदिआं हुंदी है। क्योंकि एक ओंकार तो लैके 18 10 20 तक सारी बाणी च एक पूर्ण पार ब्रह्म परमेश्वर की वडियाई, ਉਹਦੇ अमृत नाम की वडियाई सतगुरु जी ने कही है। तो तिन्ना विच महाराज जी ने ये बचन कहे ने। तीसरा अर्थ इदां भी करते हैं महापुरुष कि आद पहला भी गुरु ग्रंथ साहब जी पूर्ण सन जदों लिखे गए, जदों प्रकाश होया पहली बार। अज मध समय विच हुण जे वर्तमान दे समय की गल करिए ते अज भी गुरु ग्रंथ साहब जी महाराज उतने ही पूर्ण ने जितने अज तो पहला सन। ते अंत नूं जदों तक ये संसार रहेगा, संसार दे बिनसणे तो बाद तक भी भविख विच भी श्री गुरु ग्रंथ साहब जी पूर्ण ने। कोई चैलेंज करके नहीं कह सकदा कि गुरु ग्रंथ साहब की बाणी च आ गल सही नहीं लिखी। ये गुरसिख का निश्चय, ये गुरसिख का भरोसा है, और ये अटुट भरोसा है। ये भरोसा गुरु के सिख का कदे डावाडोल नहीं हुंदा कि तिन्ना कालां विच श्री गुरु ग्रंथ साहब जी पूर्ण ने। खालसा जी आ जदों वर्ल्ड वारां लगदियां हन, लगियां जदों पहला 2 वेरी, उस वर्ल्ड वारां दे दौरान बहुत कुछ लिखिया गया होवेगा। कवितावां लिखियां गईयां होणगियां, छंद लिखे गए होणगे, पर उस वेले दी लिखी हुई वो वर्ल्ड वार दी कथा अज जे असी सरवण करा के कहिए भी हुण वर्तमान दे समय च लोकां ते उही गल्लां लागू करिए, नहीं हुंदियां। उस वेले दीयां परिस्थितियां दे मुताबक जो लिखिया गया, उदों लिखिया गया, उदों ही सिमट गया। हाँ, इतिहास वजों लोग पढ़ते जरूर ने, पर अज वर्तमान दे समय विच वो लागू नहीं हुंदियां। पर गुरु की बाणी जो 500 साल महाराज जी ने पहला गुरु बाबे ने बोल कहे ने, उस वेले दियां जो परिस्थितियां ने उदा मुताबक कुछ कहा। अज भी वो परिस्थितियां उस तरह दियां बनदियां ने, ते अज भी उतनी अगवाई करते ने महाराज जी दे बोल जेडे 500 साल पहला करते सन। जे उदों बाबर जाबर सी ते अज दे बाबर भी जाबर हैं। जे उदों बाबर नूं जाबर कह के बाबर बाणी सतगुरु उचारदे ने, वो बाबर बाणी अज भी उतनी सार्थक है। जे उदों गुरुदेव कहंदे राजे सिंह मुकदम कुत्ते, ते अज भी ओहो जिहा वरतारा वरत रहा है। ऐसा नहीं है कि उदों सी अज नहीं है। जे उदों दंभी पखंडी सन
ਤੇ ਉਹਨਾਂ ਪਖੰਡੀਆਂ ਨੂੰ ਵੇਖ ਕੇ ਮਹਾਰਾਜ ਜੀ ਕਹਿੰਦੇ ਛੋਡੀ ਲੈ ਪਾਖੰਡਾ। ਤੇ ਪਖੰਡ ਅੱਜ ਵੀ ਹੈ, ਅੱਜ ਵੀ ਗੁਰੂ ਬਾਬੇ ਦੇ ਬੋਲ ਕਹਿੰਦੇ ਆ ਛੋਡੀ ਲੈ ਪਾਖੰਡਾ, ਨਾਮ ਲਿਆ ਜਾਏ ਤਰਨ ਦਾ। ਜੇ ਉਸ ਵਕਤ ਗੁਰਦੇਵ ਪਾਤਸ਼ਾਹ ਵੇਖਦੇ ਨੇ ਵੀ ਇਹ ਗੁਨਾਹਗਾਰ ਹੋ ਕੇ ਲੇਖਾ ਦੇਣਗੇ, ਤਾਂ ਅੱਜ ਵੀ ਮਹਾਰਾਜ ਜੀ ਦੇ ਉਹ ਬੋਲ ਉਤਨੇ ਹੀ ਸਾਰਥਕ ਨੇ ਕਿ ਜੇ ਗੁਨਾਹਗਾਰ ਹੋਵੋਗੇ ਤੇ ਲੇਖਾ ਦੇਣਾ ਪਵੇਗਾ। ਇਸ ਕਰਕੇ ਤਿੰਨਾਂ ਕਾਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੂਰਨ ਹੈ, ਪਰਿਪੂਰਨ ਹੈ। ਪਹਿਲਾਂ ਵੀ, ਹੁਣ ਵੀ ਤੇ ਆਉਣ ਵਾਲੇ ਭਵਿੱਖ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਹਨ। ਪੂਰਾ ਗੁਰੂ ਹੈ। ਕਲੀ ਕਾਲ ਦੇ ਇਸ ਸਮੇਂ ਵਿੱਚ ਕੇਵਲ ਤਾਂ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ। ਹਾਂਜੀ। ਸਿਮਰੰਤ ਸੰਤ ਸਰਬਤਰ ਰਮਣੰ, ਨਾਨਕ ਆਗੁਨਾਸਨ ਜਗਦੀਸ਼ੋਰ ਹੈ। ਜਿਹੜੇ ਸੰਤ ਜਨ ਨੇ ਉਹ ਪਰਮੇਸ਼ਰ ਨੂੰ ਸਿਮਰੰਤ ਸਿਮਰਦੇ ਨੇ। ਸਿਮਰੰਤ ਸੰਤ, ਸੰਤ ਉਹਨੂੰ ਸਿਮਰਦੇ ਨੇ। ਕਿਸ ਨੂੰ ਸਿਮਰਦੇ ਨੇ? ਸਰਬੱਤਰ ਰਮਣੰ, ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ। ਸਰਬੱਤਰ ਰਮਣੰ, ਜੋ ਸਰਬ ਵਿੱਚ ਰਮਿਆ ਹੋਇਆ, ਸੰਤ ਉਹਨੂੰ ਸਿਮਰਦੇ ਨੇ, ਉਸ ਨੂੰ ਆਰਾਧਦੇ ਨੇ। ਸੰਤ ਹੈ ਹੀ ਉਹ ਜਿਹੜਾ ਉਸ ਨੂੰ ਸਿਮਰੇ। ਜਾਂ ਇਸ ਤਰ੍ਹਾਂ ਕਹਿ ਲਈਏ, ਸੰਤ ਦਾ ਪਹਿਲਾ ਅੱਖਰ ਸੱਸਾ ਹੈ ਤੇ ਸਿਮਰਨ ਦਾ ਪਹਿਲਾ ਅੱਖਰ ਵੀ ਸੱਸਾ ਹੈ। ਸੰਤ ਹੈ ਹੀ ਉਹ ਜਿਹੜਾ ਸਿਮਰਨ ਕਰੇ। ਜਿਹੜਾ ਪਰਮੇਸ਼ਰ ਦੇ ਸਿਮਰਨ ਤੋਂ ਖੁੰਝਿਆ ਹੋਇਆ, ਉਹਨੂੰ ਆਪਾਂ ਸੰਤ ਕਿਵੇਂ ਕਹਿ ਸਕਦੇ ਹਾਂ? ਜਿਹਨੂੰ ਕਦੇ ਪਰਮੇਸ਼ਰ ਦੀ ਸਿਮਰਤੀ ਆਈ ਨਾ ਹੋਵੇ, ਕਦੇ ਉਹਦੀ ਯਾਦ ਆਈ ਨਾ ਹੋਵੇ, ਉਹ ਸੰਤ ਕਿਵੇਂ ਹੋ ਸਕਦਾ? ਸੰਤ ਹੈ ਹੀ ਉਹ ਜਿਹੜਾ ਸਿਮਰਦਾ ਹੈ ਉਸ ਨੂੰ। ਸਰਬੱਤਰ ਰਮਣੰ, ਕਿਸ ਨੂੰ ਸਿਮਰਦਾ? ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ। ਸਰਬੱਤਰ ਰਮਣੰ, ਜੋ ਸਾਰਿਆਂ ਵਿੱਚ ਰਮਿਆ ਹੋਇਆ। ਨਾਨਕ ਅਗਨਾਸਨ ਜਗਦੀਸ਼ੁਰ ਹੈ। ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ, ਪਰਮੇਸ਼ਰ ਦਾ ਸਿਮਰਨ ਐਸਾ ਹੈ, ਜਗਤ ਦੇ ਈਸ਼ਵਰ ਦਾ ਸਿਮਰਨ ਐਸਾ ਹੈ, ਜਿਸ ਦੇ ਸਿਮਰਨ ਦੁਆਰਾ ਸਾਰੇ ਪਾਪ ਨਾਸ ਹੋ ਜਾਂਦੇ ਨੇ। ਉਹਦਾ ਸਿਮਰਨ ਪਾਪ ਨਾਸ ਕਰਨ ਵਾਲਾ। ਅਗਨਾਸਨ, ਉਹ ਪਾਪਾਂ ਨੂੰ ਨਿਵਾਰਨੇ ਵਾਲਾ ਹੈ, ਪਾਪਾਂ ਦਾ ਨਾਸ ਕਰਨ ਵਾਲਾ ਹੈ। ਏਖਨ ਸੁਨਨ ਸੁਨਾਵਨੋ, ਮਨ ਮਹਿ ਦ੍ਰਿੜੀਐ ਸਾਚ। ਇਹ ਭਾਈ ਵੇਖਣ ਸੁਣਨ ਸੁਨਾਵਨੋ, ਰੱਬ ਦੇ ਜਿਹੜੇ ਪਿਆਰੇ ਨੇ ਨਾ, ਉਸ ਇੱਕ ਨਿਰੰਕਾਰ ਨੂੰ ਵੇਖਣ ਵੇਖਦੇ ਨੇ, ਉਸੇ ਦੀ ਵਡਿਆਈ ਨੂੰ ਸੁਣਨ ਸੁਣਦੇ ਨੇ, ਔਰ ਉਸੇ ਦੀ ਵਡਿਆਈ ਨੂੰ ਸੁਣਾਵਨੋਂ ਸੁਣਾਉਂਦੇ ਨੇ। ਵੇਖਦੇ ਵੀ ਇੱਕ ਨੂੰ ਨੇ, ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ। ਸੁਣਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹਨ। ਸੁਣਾਵਨੋਂ, ਅਗਰ ਕਿਸੇ ਨੂੰ ਕੁਝ ਸੁਣਾਵਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣਾਉਂਦੇ ਹਨ। ਮਨ ਮਹਿ ਦ੍ਰਿੜੀਐ ਸਾਚ, ਰੱਬ ਦੇ ਪਿਆਰੇ ਆਪਣੇ ਮਨ ਵਿੱਚ ਸੱਚ ਨੂੰ ਦ੍ਰਿੜ ਕਰਕੇ ਰੱਖਦੇ ਨੇ, ਸੱਚ ਨੂੰ ਹਿਰਦੇ 'ਚ ਪ੍ਰਪੱਕ ਕਰਦੇ ਹਨ। ਪੂਰਾ ਰਹਿਓ ਸਰਬਤਰ ਮੈਂ, ਨਾਨਕ ਹਰ ਰੰਗ ਰਾਚ। ਇਹ ਭਾਈ ਉਹ ਸਾਰਿਆਂ 'ਚ ਪੂਰਿਆ ਹੋਇਆ। ਪੂਰ ਰਹਿਓ ਸਰਬਤਰ ਮੈਂ, ਸਰਬਤਰ ਜੀਵਾਂ ਵਿੱਚ। ਕਲਗੀਧਰ ਦੇ ਬਚਨ ਜਾਪ ਸਾਹਿਬ 'ਚ ਰੋਜ਼ ਪੜ੍ਹਦੇ ਹੋ, ਤੁਸੀਂ ਸੁਣਦੇ ਹੋ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ। ਸਾਰਿਆਂ ਵਿੱਚ, ਸਾਰਿਆਂ ਦੇਸ਼ਾਂ ਵਿੱਚ ਹੈ, ਸਾਰਿਆਂ ਭੇਸਾਂ ਵਿੱਚ। ਗਰੀਬ ਨਵਾਜ ਸਾਹਿਬ ਕਹਿੰਦੇ ਸਰਬੱਤਰ ਮੈਂ, ਸਾਰਿਆਂ ਵਿੱਚ ਰਮਿਆ ਹੋਇਆ। ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ, ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਉਹਦੇ ਪ੍ਰੇਮ ਦੇ ਰੰਗ ਵਿੱਚ ਰਚ ਰਿਹਾ। ਨਾਨਕ ਹਰ ਰੰਗ ਰਾਜ, ਕਹਿੰਦੇ ਉਸ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਮੈਂ ਰਚਿਆ ਹੋਇਆ, ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਹੈ। ਪੌੜੀ ਪੌੜੀ ਮਹਾਰਾਜ ਪੰਜਵੇਂ ਪਾਤਸ਼ਾਹ ਉਚਾਰਦੇ ਹਨ। ਹਰ ਏਕੋ ਨਿਰੰਜਨ ਗਾਈਐ, ਸਭ ਅੰਤਰ ਸੋਈ। ਸਾਹਿਬ ਕਹਿੰਦੇ ਉਸ ਇੱਕ ਨਿਰੰਜਨ ਮਾਇਆ ਦੀ ਕਾਲਖ ਰਹਿਤ ਪਰਮੇਸ਼ਰ ਨੂੰ ਆਰਾਧੋ, ਉਹਨੂੰ ਗਾਵੋ।
ਉਸ ਇੱਕ ਨਿਰੰਜਨ ਨੂੰ ਗਾਵੋ ਜਿਹੜਾ ਸਾਰਿਆਂ ਦੇ ਵਿੱਚ ਹੈ। ਸਭ ਅੰਤਰ ਸੋਈ, ਜਿਹੜਾ ਸਾਰਿਆਂ ਦੇ ਅੰਦਰ ਸਾਰਿਆਂ ਵਿੱਚ ਵਸਦਾ ਹੈ। ਉਸ ਇੱਕ ਨਿਰੰਜਨ ਮਾਇਆ ਦੀ ਕਾਲਖ ਰਹਿਤ ਵਾਹਿਗੁਰੂ ਪਰਮੇਸ਼ਰ ਨੂੰ ਗਾਵਣਾ ਕਰੋ। ਕਰੁਣ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਪਹਿਲਾਂ ਵੀ ਕਰਨ ਵਾਲਾ ਸੀ ਔਰ ਸਾਰੇ ਜਗਤ ਦਾ ਕਾਰਨ ਰੂਪ ਉਹ ਪਰਮੇਸ਼ਰ ਹੈ। ਕਰਨ ਵਾਲਾ ਵੀ ਉਹੀ ਹੈ ਤੇ ਕਾਰਨ ਵੀ ਉਹੀ ਹੈ। ਜੋ ਕਰਨ ਵਾਲਾ ਵੀ ਹੈ ਔਰ ਕਾਰਨ ਹੈ, ਉਹ ਪ੍ਰਭੂ ਜੋ ਕਰਦਾ ਸੋ ਹੋਈ, ਉਹ ਹੋ ਜਾਂਦਾ। ਜੋ ਕਰੇ ਸੋ ਹੋਈ, ਉਹ ਜੋ ਕਰਦਾ ਸੋ ਹੋਈ, ਉਹ ਕੁਝ ਹੋ ਜਾਂਦਾ ਹੈ। ਖਿਨ ਮਹਿ ਥਾਪ ਉਥਾਪਦਾ ਤਿਸ ਬਿਨ ਨਹੀਂ ਕੋਈ। ਇੱਕ ਛਣ ਵਿੱਚ, ਇੱਕ ਖਿੰਨ ਵਿੱਚ ਉਹ ਬਣਾਉਂਦਾ ਹੈ ਔਰ ਇੱਕ ਖਿੰਨ 'ਚ ਹੀ ਸਭ ਕੁਝ ਸਮੇਟ ਲੈਂਦਾ। ਉਹਦਾ ਇੱਕ ਖਿੰਨ ਹੈ। ਭਾਈ ਗੁਰਦਾਸ ਜੀ ਸਮੇਂ ਦੀ ਵੰਡ ਕੁਝ ਇਸ ਤਰੀਕੇ ਨਾਲ ਕਰਦੇ। ਉਹ ਕਹਿੰਦੇ ਇਸ ਧਰਤੀ ਤੇ 4 ਯੁੱਗ ਬੀਤ ਜਾਂਦੇ ਤੇ ਬ੍ਰਹਮੇ ਦਾ ਇੱਕ ਦਿਵਸ ਵਿਹਾਵ ਹੈ ਤੇ ਬ੍ਰਹਮਾ ਦਾ ਕੇਵਲ ਇੱਕ ਦਿਨ ਬੀਤਦਾ। ਧਰਤੀ ਦੇ 4 ਯੁੱਗ ਬੀਤ ਜਾਂਦੇ ਨੇ। ਹੁਣ ਇਹ ਤਾਂ ਸਾਇੰਸ ਵੀ ਕਹਿੰਦੀ ਹੈ ਕਿ ਇੱਥੋਂ ਦਾ ਸਮਾਂ ਤੇ ਦੂਜੇ ਗ੍ਰਹਾਂ ਦਾ ਸਮਾਂ ਫਰਕ ਹੈ। ਤੇ ਬ੍ਰਹਮਾ ਦੇ ਜਦੋਂ 100 ਸਾਲ ਬੀਤਦੇ ਨੇ ਤਾਂ ਉਸ ਵਕਤ ਵਿਸ਼ਨੂੰ ਦਾ ਇੱਕ ਦਿਨ ਬੀਤਦਾ ਹੈ। ਵਿਸ਼ਨੂੰ ਦੇ 100 ਸਾਲ ਬੀਤਣ ਤੇ ਸ਼ਿਵ ਜੀ ਦਾ ਇੱਕ ਦਿਨ ਬੀਤਦਾ। ਸ਼ਿਵ ਜੀ ਦੇ 100 ਸਾਲ ਬੀਤ ਜਾਣ ਤਾਂ ਮਾਇਆ ਦਾ ਇੱਕ ਛਣ ਬਤੀਤ ਹੁੰਦਾ ਹੈ। ਤੇ ਜੇ ਮਾਇਆ ਦਾ ਇੱਕ ਛਣ ਇਤਨਾ ਵਿਸ਼ਾਲ ਹੈ ਤਾਂ ਪ੍ਰਮਾਤਮਾ ਦਾ ਇੱਕ ਖਿੰਨ ਕਿਤਨਾ ਵਿਸ਼ਾਲ ਹੋਵੇਗਾ। ਇੱਕ ਖਿੰਨ ਵਿੱਚ ਹੀ ਉਹ ਬਣਾਉਂਦਾ ਹੈ ਔਰ ਇੱਕ ਖਿੰਨ 'ਚ ਹੀ ਸਮੇਟ ਲੈਂਦਾ ਹੈ। ਖਿੰਨ ਮਹਿ ਥਾਪ ਉਥਾਪ ਦਾ, ਇੱਕ ਖਿੰਨ ਵਿੱਚ ਹੀ ਬਣਾਉਂਦਾ, ਖਿੰਨ 'ਚ ਹੀ ਖਤਮ ਕਰ ਲੈਂਦਾ। ਔਰ ਤਿਸ ਬਿਨ ਨਹੀਂ ਕੋਈ, ਉਸ ਨਿਰੰਕਾਰ ਵਿਧਾਤੇ ਤੋਂ ਬਿਨਾ ਕੋਈ ਦੂਜਾ ਨਹੀਂ ਹੈ। ਹਾਂਜੀ। ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ। ਖੰਡਾਂ ਪਤਾਲਾਂ ਦੀਪਾਂ ਵਿੱਚ ਸਰਬ ਲੋਆਂ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰਮਿਆ ਹੋਇਆ। ਖੰਡਾਂ ਵਿੱਚ ਵੀ, ਪਤਾਲਾਂ ਵਿੱਚ ਵੀ, ਸਮੂਹ ਦੀਪਾਂ ਵਿੱਚ ਵੀ, ਸਮੂਹ ਲੋਆਂ ਵਿੱਚ ਉਸੇ ਦਾ ਪ੍ਰਕਾਸ਼ ਹੈ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ। ਜਿਸ ਨੂੰ ਉਹ ਵਿਧਾਤਾ ਆਪ ਕਿਰਪਾ ਕਰਕੇ ਇਹ ਗੱਲ ਬੁਝਾਉਂਦਾ ਹੈ ਉਹ ਬੁਝਦਾ ਹੈ। ਜਿਹਨੂੰ ਬੁਝਾਵੇ ਉਹ ਬੁਝਦਾ ਤੇ ਜਿਹੜਾ ਬੁਝ ਲੈਂਦਾ ਹੈ ਉਹ ਨਿਰਮਲ ਹੈ, ਉਹ ਪਵਿੱਤਰ ਹੈ, ਉਹ ਸ਼ੁੱਧ ਹੈ। ਜਿਹੜਾ ਇਸ ਭੇਦ ਨੂੰ, ਇਸ ਗੱਲ ਨੂੰ ਬੁਝ ਕੇ ਜਾਣ ਲੈਂਦਾ ਹੈ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਹਨੂੰ ਗੁਰੂ ਨੇ ਗੱਲ ਬੁਝਾ ਦਿੱਤੀ ਉਹ ਨਿਰਮਲ ਤੇ ਪਵਿੱਤਰ ਹੋ ਜਾਂਦਾ ਹੈ।